ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਦੀ ਵੀਡੀਓ ਜੋ ਪਹਿਲਾਂ ਆਪਾਂ ਕੱਲ ਪਾ ਚੁੱਕੇ ਹਾਂ, ਜਿਸ ਦੇ ਵਿੱਚ ਮੈਂ ਦੱਸਿਆ ਸੀ ਵੀ 21 ਅਕਤੂਬਰ ਨੂੰ ਜੋ ਐਗਜ਼ਾਮ ਦੇ ਵਿੱਚ ਕਿਊ ਕਾਰਡ ਫੋਲੋਅਪਸ ਕੁਐਸਚਨ ਦੇ ਪਾਰਟ 1 ਦੇ ਕੁਐਸਚਨਸ ਆਏ ਨੇ। ਸੋ ਕੱਲ ਮੈਂ ਕਿਊ ਕਾਰਡ ਦੀ ਵੀਡੀਓ ਪਾ ਚੁੱਕੀ ਹਾਂ ਤੇ ਅੱਜ ਮੈਂ ਤੁਹਾਨੂੰ ਪਾਰਟ 1 ਦੇ ਕੁਐਸਚਨ ਤੇ ਪਾਰਟ 3 ਦੇ ਕੁਐਸਚਨਸ ਕਰਵਾਉਂਗੀ। ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। देखो ਉਹਦੇ ਵਿੱਚ ਪਾर्ट 1 ਤੇ ਦੋ ਕੁਐਸਚਨ ਪੁੱਛੇ ਗਏ ਸੀ, ਹੋਮ ਤੇ ਸੀਗੇ, ਠੀਕ ਹੈ, ਹੋਮ ਔਰ ਅਪਾਰਟਮੈਂਟ ਤੇ। ਇਹ ਕੁਐਸਚਨਸ ਮੈਂ ਆਲਰੇਡੀ ਪਾ ਚੁੱਕੀ ਹਾਂ, ਠੀਕ ਹੈ। ਪਾਏ ਤਾਂ ਸਲੀਪ ਤੇ ਵੀ ਹੋਏ ਨੇ ਪਹਿਲਾਂ, ਬਟ ਉਹ ਕੁਐਸਚਨ ਉਹਨਾਂ ਨਾਲੋਂ ਡਿਫਰੈਂਟ ਨੇ, ਸੋ ਤਾਂ ਕਰਕੇ ਮੈਂ ਸਲੀਪ ਵਾਲੇ ਕੁਐਸਚਨ ਤੁਹਾਨੂੰ ਪਾर्ट 1 ਦੇ ਕਰਵਾ ਰਹੀ ਹਾਂ, ਠੀਕ ਹੈ ਜੀ। ਸੋ ਦੇਖੋ ਫਸਟ ਕੁਐਸਚਨ ਹੈ, ਹਾਊ ਆਫਨ ਡੂ ਯੂ ਸਲੀਪ ਲੇਟ। ਕਹਿੰਦੇ ਤੁਸੀਂ ਅਕਸਰ ਲੇਟ ਮਤਲਬ ਕਿ ਕਿੰਨਾ ਕੁ ਲੇਟ ਸੌਂਦੇ ਹੋ ਨਾ। ਹਾਊ ਆਫਨ ਡੂ ਯੂ ਮਤਲਬ ਕਿ ਤੁਸੀਂ ਨਾਰਮਲੀ ਲੇਟ ਸੌਂਦੇ ਹੋ, ਠੀਕ ਹੈ। ਸੋ ਯੂਜ਼ਲੀ ਆਈ ਸਲੀਪ ਫॉर 7 to 8 ਆਵਰਸ। ਉਹਨਾਂ ਨੇ ਦੱਸਤਾ ਵੀ ਨਹੀਂ, ਅਸੀਂ ਅਕਸਰ ਕੀ ਹੈ 7 ਤੋਂ 8 ਘੰਟੇ ਸੌਂਦੇ ਹਾਂ in every night in order to let my body relax, ਤਾਂ ਕਿ ਮੇਰੀ body ਨੂੰ relax ਮਿਲ ਸਕੇ। but if I want to do something very important at night I could sleep late। ਪਰ ਕਹਿੰਦੇ ਜੇ ਮੈਂ ਕੁਝ ਇੰਪੋਰਟੈਂਟ ਕਰਨਾ ਹੋਵੇ ਦੈਨ ਮੈਂ ਕੀ ਕਰਦੀ ਹਾਂ, ਲੇਟ ਸੌਂਦੀ ਹਾਂ, ਠੀਕ ਹੈ। ਇਹ ਕੁਐਸਚਨ ਹੈ ਸੇਮ ਹੀ, ਬਟ ਉਹਨੂੰ ਥੋੜਾ ਚੇਂਜ ਕੀਤਾ ਹੋਇਆ। ਨੈਕਸਟ ਕੁਐਸਚਨ ਹੈ ਸੈਕਿੰਡ, ਹਾਊ ਯੂ ਫੀਲ ਨੈਕਸਟ ਡੇ ਵੈਨ ਯੂ ਸਲੀਪ ਲੇਟ। ਕਹਿੰਦੇ ਮੰਨ ਲਓ ਤੁਸੀਂ ਪਿਛਲੀ ਰਾਤ ਲੇਟ ਸੁੱਤੇ ਸੀ ਤਾਂ ਅਗਲੇ ਦਿਨ ਤੁਸੀਂ ਮਾਰਨਿੰਗ ਦੇ ਵਿੱਚ ਕਿੱਦਾਂ ਫੀਲ ਕਰੋਗੇ। ਸਾਰਾ ਦਿਨ ਥੱਕਿਆ ਫੀਲ ਕਰੋਗੇ, ਟਾਇਰਡ ਫੀਲ ਕਰੋਗੇ, ਐਗਜ਼ੌਸਟਡ ਫੀਲ ਕਰੋਗੇ। ਸੋ ਆਈ ਫੀਲ ਸਲੀਪੀ ਡਿਊਰਿੰਗ ਦਾ ਡੇ ਵੈਨ ਆਈ ਸਲੀਪ ਬੈਡਲੀ ਐਟ ਨਾਈਟ। ਕਹਿੰਦੇ ਜਦੋਂ ਮੈਨੂੰ ਨੀਂਦ ਨਾ ਆਈ ਹੋਵੇ ਚੰਗੀ ਤਰ੍ਹਾਂ ਜਾਂ ਲੇਟ ਸੁੱਤਾ ਹੋਵਾਂ, which leave me feeling dead tired in the morning। ਜਿਹਦੇ ਨਾਲ ਕਹਿੰਦੇ ਮੈਂ ਮਾਰਨਿੰਗ ਦੇ ਵਿੱਚ ਕੀ ਹੂੰ, ਡੈਡ ਟਾਇਰਡ ਹੂੰ, ਬਹੁਤ ਜ਼ਿਆਦਾ ਟਾਇਰਡ ਫੀਲ ਕਰੂੰ। ਸੋ ਇਹ ਪਾर्ट 1 ਦੇ ਕੁਐਸਚਨਸ ਨੇ, ਠੀਕ ਹੈ। ਇਸ ਤੋਂ ਇਲਾਵਾ ਹੋਰ ਕੁਐਸਚਨਸ ਆਪਾਂ ਹੁਣ ਕਰਦੇ ਹਾਂ। ਥਰਡ ਕੁਐਸਚਨ ਹੈ ਜੀ, ਡੂ ਯੂ ਯੂਜ਼ ਟੂ ਸਲੀਪ ਲੇਟ ਇਨ ਚਾਈਲਡਹੁੱਡ। ਕਹਿੰਦੇ ਤੁਸੀਂ ਚਾਈਲਡਹੁੱਡ ਦੇ ਵਿੱਚ ਲੇਟ ਸੌਂਦੇ ਸੀ। ਆਈ ਰਿਮੈਂਬਰਡ ਵੈਨ ਆਈ ਵਾਜ਼ ਕਿਡ ਆਈ ਯੂਜ਼ ਟੂ ਗੋ ਟੂ ਬੈਡ ਐਟ 9 PM, ਸੋ ਇਟਸ ਨॉट ਟੂ ਲੇਟ, ਠੀਕ ਹੈ। but when I had my final exams then I slept late। but ਕਹਿੰਦੇ ਜਦੋਂ ਮੇਰੇ ਫਾਈਨਲ ਐਗਜ਼ਾਮ ਹੁੰਦੇ ਸੀ ਉਦੋਂ ਮੈਂ ਲਾਈਕ ਇੱਥੇ ਤੁਸੀਂ ਕਿਹਾ ਵੀ ਯੂਜ਼ ਟੂ ਵੀ ਜਿਹੜਾ ਡੇਲੀ ਬੇਸਿਸ ਤੇ ਸੀ ਉਹ 9 PM ਸੀ, ਬਟ ਜੇ ਕਹਿੰਦੇ ਐਗਜ਼ਾਮ ਹੁੰਦੇ ਸੀ ਉਦੋਂ ਅਸੀਂ ਲੇਟ ਉਹ ਕਰਦੇ ਸੀ, ਸੌਂਦੇ ਸੀ। ਫੋਰਥ ਕੁਐਸਚਨ ਹੈ, ਵਟ ਕਾਈਂਡਸ ਆਫ ਥਿੰਗਸ ਯੂ ਡੂ ਵੈਨ ਯੂ ਸਲੀਪ ਲੇਟ। ਕਹਿੰਦੇ ਤੁਸੀਂ ਕਿੱਦਾਂ ਦੀਆਂ ਚੀਜ਼ਾਂ ਕਰਦੇ ਹੋ, ਕੀ ਕਰਦੇ ਹੋ ਜਦੋਂ ਤੁਸੀਂ ਲੇਟ ਸੌਂਦੇ ਹੋ, ਠੀਕ ਹੈ। ਸਟੂਡੈਂਟ ਦੇ ਲਈ ਆਪਾਂ ਸਟੱਡੀ ਕਹਿ ਸਕਦੇ ਹਾਂ ਜਾਂ ਕੋਈ ਹੋਰ ਵਰਕ ਕਹਿ ਸਕਦੇ, ਇੰਪੋਰਟੈਂਟ ਵਰਕ ਲਿਖ ਸਕਦੇ ਹੋ, ਕੋਈ ਆਪਣਾ ਜੌਬ ਦੇ ਰਿਗਾਰਡਿੰਗ ਲਿਖ ਸਕਦੇ ਹੋ, ਠੀਕ ਹੈ। I prefer to study at late night because I feel more comfortable and there is no noise। ਕਹਿੰਦੇ ਮੈਂ ਕੀ ਪ੍ਰੈਫਰ ਕਰਦੀ ਹਾਂ, ਸਟੱਡੀ ਕਰਨਾ, ਕਿਉਂਕਿ ਰਾਤ ਨੂੰ ਕੀ ਹੁੰਦਾ ਜ਼ਿਆਦਾ ਮੈਂ ਕੰਫਰਟੇਬਲ ਫੀਲ ਕਰਦੀ ਹਾਂ ਐਂਡ ਕੀ ਹੁੰਦਾ ਕੋਈ ਨੋਇਸ ਨਹੀਂ ਹੁੰਦੀ ਵਿਚ ਕੈਨ there is no noise which can distract me, ਜੋ ਕਿ ਮੈਨੂੰ ਡਿਸਟਰੈਕਸ਼ਨ ਵੀ ਨਹੀਂ ਹੁੰਦੀ ਕਿਉਂਕਿ ਉਸ ਟਾਈਮ ਬਹੁਤ ਜ਼ਿਆਦਾ ਸ਼ਾਂਤ ਮਾਹੌਲ ਹੁੰਦਾ। moreover sometime I really love to watch movie at night or at late night or use the internet। ਕਹਿੰਦੇ ਮੈਂ ਕੋਈ ਵੀ ਇਹਨਾਂ ਚੋਂ ਲਾਈਕ ਤੁਸੀਂ ਆਪਸ਼ਨ ਲਿਖ ਸਕਦੇ ਹੋ ਵੀ ਕਿਹੜੇ ਕੰਮ ਮੈਂ ਸਟੱਡੀ ਦੱਸ ਸਕਦੇ ਹੋ, ਕੋਈ ਹੋਰ ਵਰਕ ਦੱਸ ਸਕਦੇ ਹੋ, ਠੀਕ ਹੈ। ਸੋ ਇਸ ਤਰ੍ਹਾਂ ਇਹ ਕੁਐਸਚਨ ਨੂੰ ਇਲਾਬੋਰੇਟ ਕਰ ਦੋਗੇ। ਇਹ ਤੋਂ ਲਾਈਕ ਇਹਦੇ ਨਾਲ ਪਲੱਸ ਹੋਮ ਤੇ ਵੀ 4 ਤੋਂ 5 ਕੁਐਸਚਨ ਪੁੱਛੇ ਗਏ ਸੀ, ਹੋਮ ਔਰ ਅਪਾਰਟਮੈਂਟ ਤੇ। ਉਹ ਵੀਡੀਓ ਮੈਂ ਆਲਰੇਡੀ ਪਾ ਚੁੱਕੀ ਹਾਂ, ਠੀਕ ਹੈ ਜੀ। ਤੇ ਹੁਣ ਇਸ ਤੋਂ ਬਾਅਦ ਆਪਾਂ ਪਾर्ट 3 ਦੇ ਕੁਐਸਚਨਸ ਕਰਦੇ ਹਾਂ, ਜੋ ਕਿ ਫੋਲੋਅਪ ਕੁਐਸਚਨ ਪੁੱਛੇ ਗਏ ਸੀ ਲਾਰਜ ਕੰਪਨੀ ਦੇ ਰਿਲੇਟਡ। ਸੋ ਸਟਾਰਟ ਕਰਦੇ ਹਾਂ ਪਾर्ट 3। देखो जी ਹੁਣ ਇਹ ਨੇ पार्ट 3 ਦੇ ਕੁਐਸਚਨਸ ਲਾਰਜ ਕੰਪਨੀ ਤੇ, ਜੋ ਮੈਂ ਕੱਲ ਕਿਊ ਕਾਰਡ ਪਾਇਆ ਸੀ। ਫਸਟ ਕੁਐਸਚਨ ਹੈ, ਵਾਈ ਡੂ ਪੀਪਲ ਪ੍ਰੈਫਰ ਟੂ ਵਰਕ ਇਨ ਲਾਰਜ ਕੰਪਨੀਜ਼ ਇਨਸਟੈਡ ਆਫ ਸਮਾਲ ਕੰਪਨੀਜ਼ ਐਂਡ ਵਟ ਆਰ ਦਾ ਬੈਨੀਫਿਟਸ। ਇਹਦੇ ਕੀ ਬੈਨੀਫਿਟਸ ਨੇ, ਠੀਕ ਹੈ। ਬਿਗ ਕੰਪਨੀਜ਼ ਕਿਉਂ ਕਹਿੰਦੇ ਬਿਗ ਕੰਪਨੀਜ਼ ਕੀ ਕਰਦੀਆਂ, ਜ਼ਿਆਦਾ ਆਫਰ ਕਰਦੀਆਂ ਨੇ ਪੇ ਸਕੇਲ। ਬਿਗ ਕੰਪਨੀਜ਼ ਆਫਰ ਬਿਗਰ ਪੇ ਪੈਕੇजेस ਦੈਨ ਸਮਾਲ ਕੰਪਨੀਜ਼। These companies give many perks and bonuses from time to time। बहुत ज़्यादा advantages provide करते हैं ते like bonus भी दिंदे ने time to time। These companies give benefits like health insurance and travel allowance। ते कहते इदां दे benefits भी provide करते हैं जिवें insurance हो गई, travel allowance हो गया। Second question है, does person can get in trouble while handling a large company। ਕਹਿੰਦੇ ਕੀ ਹੈ ਪਰਸਨ ਕਹਿੰਦੇ ਟਰਬਲ ਫੇਸ ਕਰਦਾ, ਪ੍ਰੋਬਲਮ ਫੇਸ ਕਰਦਾ ਜਦੋਂ ਉਹ ਕੋਈ ਲਾਰਜ ਕੰਪਨੀ ਹੈਂਡਲ ਕਰ ਰਿਹਾ ਹੋਵੇ। ਤਾਂ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਤੁਸੀਂ ਪੁਆਇੰਟ ਦੇ ਸਕਦੇ ਹੋ, ਠੀਕ ਹੈ। ਬਿਜ਼ਨਸ ਦੀਆਂ ਕੋਈ ਸਿਚੁਏਸ਼ਨਸ ਦੱਸ ਸਕਦੇ ਹੋ ਜਾਂ ਇੰਪਲੋਇਜ਼ ਦੇ ਰਿਲੇਟਡ ਦੱਸ ਸਕਦੇ ਹੋ, ਠੀਕ ਹੈ। ਕੋਈ ਕਨਫਲਿਕਟ ਵਗੈਰਾ ਦੱਸ ਸਕਦੇ ਹੋ। ਸੋ ਬਿਜ਼ਨਸ ਲੀਡਰ ਅ ਪਰਸਨ ਨੂੰ ਕਿਹਾ ਗਿਆ
find great discomfort in uncertainty ਕਹਿੰਦੇ ਜਦੋਂ uncertainty ਦੀ ਸਿਚੁਏਸ਼ਨ ਹੁੰਦੀ ਤਾਂ ਕਹਿੰਦੇ ਉਹਨੂੰ ਬਹੁਤ discomfort like trouble face ਕਰਨਾ ਪੈਂਦਾ ਹੈ uncertainty in global economy ਕਹਿੰਦੇ ਕਿਉਂਕਿ ਪਤਾ ਨਹੀਂ ਨਾ ਕੀ ਹੋ ਜਾਵੇ global economy 'ਚ new regulations ਜਿਹੜੇ ਰੂਲ ਕਿੱਦਾਂ ਅਫੈਕਟ ਕਰਨਗੇ ਬਿਜ਼ਨਸ ਨੂੰ new technology ਕਿੱਦਾਂ ਅਫੈਕਟ ਕਰੂਗੀ ਬਿਜ਼ਨਸ ਨੂੰ so a person face lot of problems in these kinds of circumstances ਜਾਂ in this kind of situation ਠੀਕ ਹੈ friends ਤਾਂ ਹੁਣ ਇਹਦੇ ਦੋ next ਹੋਰ question ਨੇ ਉਹ ਵੀ ਆਪਾਂ discuss ਕਰਦੇ ਹਾਂ ਅੱਗੇ ਜੀ third question ਹੈ is it difficult to get a promotion in a large company ਕਹਿੰਦੇ promotion ਲੈਣੀ ਠੀਕ ਹੈ ਬਹੁਤ difficult ਹੁੰਦੀ ਹੈ ਬਹੁਤ ਔਖੀ ਹੁੰਦੀ ਹੈ large company ਦੇ ਵਿੱਚ yes ਬਹੁਤ difficult ਹੁੰਦੀ ਹੈ ਕਿਉਂਕਿ large company ਦੇ ਵਿੱਚ ਬਹੁਤ ਜ਼ਿਆਦਾ EMPLOYEES ਹੁੰਦੇ ਆ ਸੋ ਉਹਨਾਂ ਨੂੰ ਪਿੱਛੇ ਛੱਡ ਕੇ ਆਪ ਅੱਗੇ ਨਿਕਲਣਾ ਬਹੁਤ ਇੱਕ difficult task ਹੁੰਦਾ ਹੈ ਸੋ ਇਹੀ ਮੈਂ ਆਨਸਰ ਲਿਖਿਆ yes it is really difficult to get a promotion in a big company ਕਹਿੰਦੇ ਬਹੁਤ ਔਖਾ ਹੈ promotion ਲੈਣੀ big company ਦੇ ਵਿੱਚ in a big company you are a part of big crowd and there are many people in the queue to get a promotion ਕਹਿੰਦੇ ਤੁਸੀਂ ਇੱਕ ਵੱਡੇ ਕਰਾਊਡ ਦਾ ਪਾਰਟ ਹੁੰਦੇ ਆ ਤੇ ਉਹਦੇ ਵਿੱਚ ਪਹਿਲਾਂ ਹੀ ਆਲਰੇਡੀ ਬਹੁਤ ਜ਼ਿਆਦਾ ਲੋਕ ਕਿਊ ਦੇ ਵਿੱਚ ਹੁੰਦੇ ਆ ਮਤਲਬ ਕਿ ਲਾਈਨ ਦੇ ਵਿੱਚ ਹੁੰਦੇ ਨੇ ਸੋ ਇਟ ਇਜ਼ ਵੈਰੀ ਡਿਫਿਕਲਟ ਟੂ ਆਊਟਡੂ all of them to get a promotion ਕਹਿੰਦੇ ਉਹਨਾਂ ਨੂੰ ਆਊਟਡੂ ਕਰਨਾ ਬਹੁਤ ਔਖਾ ਹੋ ਜਾਂਦਾ ਹੈ fourth question ਹੈ how can a small company grow ਕਹਿੰਦੇ small company ਕਿੱਦਾਂ grow ਕਰਦੀ ਆ there are multifarious methods through which a small company becomes a big one ਕਹਿੰਦੇ ਬਹੁਤ ਜ਼ਿਆਦਾ methods ਨੇ ਕਿਹੜੇ ਨੇ first is that the company can employ skilled and professional workers ਪਹਿਲਾ ਰੀਜ਼ਨ ਇਹ ਹੋਊਗਾ ਕਹਿੰਦੇ ਇਹੀ ਮੈਥਡ ਹੋਊਗਾ ਜੇ small company skilled ਵਰਕਰ ਤੇ ਪ੍ਰੋਫੈਸ਼ਨਲ ਵਰਕਰਸ ਨੂੰ ਰੱਖਦੀ ਹੈ ਤੇ ਜੇ ਉਹ ਵਧੀਆ ਆਊਟਕਮ ਦੇਣਗੇ ਵਧੀਆ ਪ੍ਰੋਡਕਟਿਵਿਟੀ ਉਹ ਕਰਨਗੇ ਦੈਨ ਉਹਨਾਂ ਦਾ ਕੀ ਹੈ ਸਮਾਲ ਕੰਪਨੀ ਗਰੋ ਹੋਊਗੀ ਉਸ ਤੋਂ ਬਾਅਦ ਹੈ ਸੈਕੰਡ ਇਜ਼ ਦਾ ਰਾਈਟ ਮਾਰਕੀਟ ਸਟ੍ਰੈਟੇਜੀਜ਼ ਵੈਰੀ ਹੈਲਪਫੁਲ ਇਨ ਗਰੋਇੰਗ ਬਿਜ਼ਨਸ ਦੂਸਰਾ ਕਹਿੰਦੇ ਜਿਹੜੀਆਂ ਸਟ੍ਰੈਟੇਜੀਜ਼ ਹੋਣੀ ਚਾਹੀਦੀਆਂ ਉਹ ਰਾਈਟ ਹੋਣੀਆਂ ਚਾਹੀਦੀਆਂ ਠੀਕ ਹੈ ਫਰੈਂਡ ਸੋ ਇਹ ਸੀ ਤੁਹਾਡੇ ਅੱਜ ਪਾਰਟ 1 ਤੇ ਪਾਰਟ 3 ਦੇ ਕੁਐਸਚਨਸ ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਹੋਗੀ ਜਿਸ ਦੇ ਵਿੱਚ ਮੈਂ ਤੁਹਾਨੂੰ ਪਾਰਟ 1 ਤੇ ਪਾਰਟ 3 ਕਰਵਾਇਆ ਠੀਕ ਹੈ ਫਰੈਂਡਸ ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਓਕੇ ਫਰੈਂਡਸ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਟੇਕ ਕੇਅਰ